ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜ ਦੇ ਵਾਸਤੇ ਸਰਮਾਏ ਦੀ ਲੋੜ ਨਹੀਂ, ਸਿਰਫ ਉਸ ਪ੍ਰਮਾਤਮਾ ਦੇ ਚਿੱਤ ਆਉਣ ਦੀ ਲੋੜ ਹੈ। ਜੇ ਪ੍ਰਮਾਤਮਾ ਚੇਤੇ ਆਉਂਦਾ ਹੈ ਤਾਂ ਨਿਚਰ ਰਾਜ ਵੀ ਹੋ ਸਕਦਾ ਹੈ। ਜੇ ਉਹ ਪ੍ਰਮਾਤਮਾ ਚੇਤੇ ਆਉਂਦਾ ਹੈ ਤਾਂ ਤੱਤੀ ਹਵਾ ਵੀ ਨਹੀਂ ਲੱਗ ਸਕਦੀ। ਚੌਰ ਸਾਹਿਬ ਤਾਂ ਸਿੱਖ ਨੇ ਕਰਨਾ ਹੀ ਕਰਨਾ, ਚੰਦੋਏ ਵੀ ਸਿੱਖਾ ਤੂੰ ਹੀ ਬੰਨਣੇ ਨੇ, ਸੁਗੰਧੀ ਵਾਲੀ ਇਤਰ ਵੀ ਸਿੱਖਾ ਤੂੰ ਹੀ ਲੈ ਕੇ ਆਉਣੇ ਨੇ ਤੇ ਤੂੰ ਹੀ ਛਿੜਕਣੇ ਨੇ, ਪਰਿਕਰਮਾ ਵੀ ਸਿੱਖ ਨੇ ਕਰਨੀ ਹੈ ਤੇ ਮੱਥੇ ਵੀ ਸਿੱਖਾ ਤੂੰ ਹੀ ਟਿਕਣੇ ਨੇ। ਪਰ ਸਵਾਲ ਹੈ ਇਸ ਤੋਂ ਅੱਗੇ ਕੀ? ਅਗਲਾ ਵੀ ਕਰਨਾ। ਤੂੰ ਇਸ ਬਾਣੀ ਨੂੰ ਸੁਣ ਵੀ ਲੈ ਤੇ ਪੜ੍ਹ ਵੀ ਲੈ। ਜੇ ਤੈਨੂੰ ਪ੍ਰਮਾਤਮਾ ਚੇਤਾ ਆਵੇ ਤਾਂ ਤੱਤੀ ਹਵਾ ਨਹੀਂ ਲੱਗੇਗੀ, ਪਰ ਜੇ ਪ੍ਰਮਾਤਮਾ ਹੀ ਭੁੱਲ ਗਿਆ ਫਿਰ ਸਤਿਗੁਰੂ ਕਹਿੰਦੇ ਨੇ ਪਰਮੇਸ਼ਵਰ ਤੇ ਭੁੱਲਿਆ ਵਿਆਪਣ ਸਭੇ ਰੋਗ। ਹੁਣ ਤੂੰ ਕਹੇ ਵੀ ਉਹਦੇ ਕਰਕੇ ਹੋ ਗਿਆ, ਇਹਦੇ ਕਰਕੇ ਹੋ ਗਿਆ, ਤੇ ਸਤਿਗੁਰੂ ਜੀ ਕਹਿੰਦੇ ਨੇ ਦੋਸ਼ ਨਾ ਕਾਹੂ ਜੋਕ। ਹੁਣ ਤੂੰ ਦੋਸ਼ ਕਿਸੇ ਹੋਰ ਨੂੰ, ਦੂਜੇ ਨੂੰ ਨਾ ਦੇ। ਦੱਦੇ ਦੋਸ਼ ਨਾ ਦੇਉ ਕੈਸੇ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਇੱਕ ਬੜੀ ਗਿਆਨ ਭਰਪੂਰ ਗੱਲ ਹੈ, ਬੜੀ ਹਾਸ ਰਸ ਵੀ ਹੈ। ਇੱਕ ਵਾਰ ਇੱਕ ਬਜ਼ੁਰਗ ਮਾਤਾ, ਉਸਦੀ ਚਿੱਠੀ ਆਈ ਤੇ ਉਹ ਗਲੀ 'ਚ ਲੈ ਕੇ ਖੜ ਗਈ। ਉਹ ਗਲੀ 'ਚ ਖਲੋਤੀ ਵੀ ਭਾਈ ਕੋਈ ਆਵੇ ਤੇ ਪੜਾਵਾਂ। ਪਹਿਲਾਂ ਐਦਾਂ ਹੀ ਹੁੰਦਾ ਸੀ, ਇਸੇ ਕਰਕੇ ਚਿੱਠੀ ਲਿਖਦਿਆਂ ਲਿਖਣਾ ਪੈਂਦਾ ਸੀ ਵੀ ਲਿਖਤਮ ਫਲਾਣਾ ਸਿੰਘ, ਕਿਉਂਕਿ ਜਿਹਨੇ ਲਿਖਾਈ ਹੁੰਦੀ ਸੀ ਚਿੱਠੀ ਉਹਨੂੰ ਤਾਂ ਲਿਖਣੀ ਆਉਂਦੀ ਨਹੀਂ ਸੀ। ਲਿਖਾਰੀ ਆਪਣਾ ਨਾਮ ਉਹਦੇ ਉੱਤੇ ਲਿਖਦਾ ਹੁੰਦਾ ਸੀ, ਅੱਗੇ ਜਿਹੜਾ ਲਿਖਵਾ ਰਿਹਾ ਹੁੰਦਾ ਸੀ ਉਹ ਵੀ ਆਪਣਾ ਨਾਮ ਲਿਖਵਾਉਂਦਾ ਸੀ। ਥੱਲੇ ਇੱਕ ਲਾਈਨ ਹੋਰ ਲਿਖੀ ਜਾਂਦੀ ਸੀ, ਪੜ੍ਹਨ ਅਤੇ ਸੁਣਨ ਵਾਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਪਤਾ ਹੀ ਹੁੰਦਾ ਸੀ ਵੀ ਜਿਹਦੇ ਘਰ ਚਿੱਠੀ ਚੱਲੀ ਹੈ ਉਹਨੂੰ ਤਾਂ ਪੜ੍ਹਨੀ ਨਹੀਂ ਆਉਂਦੀ ਅਤੇ ਕਿਸੇ ਹੋਰ ਸੱਜਣ ਤੋਂ ਹੀ ਪੜ੍ਹਾਉਣੀ ਪੈਣੀ ਹੈ। ਅਤੇ ਸਾਡੇ ਸਮਾਜ ਦਾ ਸਲੀਕਾ ਹੈ ਕਿ ਸਾਰਿਆਂ ਨੂੰ ਫਤਿਹ ਬੁਲਾਉਣੀ ਹੈ, ਸਤਿ ਸ੍ਰੀ ਅਕਾਲ ਦੀ ਸਾਂਝ ਪਾਉਣੀ ਹੈ। ਹੁਣ ਮਾਤਾ ਗਲੀ ਦੇ ਵਿੱਚ ਚਿੱਠੀ ਲੈ ਕੇ ਖੜੀ ਹੈ ਕਿ ਕੋਈ ਆਵੇ ਤੇ ਪੜ੍ਹਾਵਾਂ, ਤੇ ਕਿਸੇ ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ। ਇਸੇ ਦੌਰਾਨ ਇੱਕ ਨੌਜਵਾਨ ਬੱਚਾ ਉੱਥੇ ਆਉਂਦਾ, ਉਹਨੂੰ ਕਹਿੰਦੀ ਆ ਵੀ ਪੁੱਤ ਚਿੱਠੀ ਪੜ੍ਹ ਦੇ। ਉਹ ਚਿੱਠੀ ਫੜ ਕੇ ਰੋਣ ਲੱਗ ਪਿਆ। ਉਹ ਰੋਇਆ ਤੇ ਉਹ ਮਾਤਾ ਵੀ ਰੋਣ ਲੱਗ ਪਈ ਕਿ ਖੌਰੇ ਕਿੰਨੀ ਕੁ ਭੈੜੀ, ਕਿੰਨੀ ਕੁ ਮਾੜੀ ਖਬਰ ਹੋਏਗੀ ਇਸ 'ਚ ਜੋ ਲਿਖੀ ਹੋਈ ਹੈ, ਜੋ ਇਹ ਰੋਣ ਲੱਗ ਪਿਆ। ਉਹ ਮਾਂ ਨੂੰ ਗਲੀ ਦੇ ਵਿੱਚ ਰੋਂਦਿਆਂ ਦੇਖਿਆ ਤੇ ਘਰ ਦੀਆਂ ਬਹੂਆਂ ਜੋ ਪਰਦੇ ਪਿੱਛੇ ਖੜੀਆਂ ਸੀ, ਉਹ ਅੰਦਰ ਖਲੋਤੀਆਂ ਸਨ, ਉਹ ਵੀ ਰੋਣ ਲੱਗ ਪਈਆਂ। ਉਹ ਕਹਿਣ ਕਿ ਖਰੇ ਕਿਹੜੀ ਖਬਰ ਆਈ ਹੈ। ਜਦੋਂ ਬੇਬੇ ਨੂੰ ਗਲੀ 'ਚ ਨੂੰਹਾਂ ਨੇ ਦੇਖਿਆ ਤੇ ਰੋਣਾ ਉਹਨਾਂ ਨੇ ਵੀ ਸ਼ੁਰੂ ਕਰ ਦਿੱਤਾ। ਵੇਖਦੇ ਹੀ ਵੇਖਦਿਆਂ ਉੱਥੇ ਭੀੜ ਖੜੀ ਹੋ ਗਈ, ਇਕੱਠੀ ਹੋਣੀ ਸ਼ੁਰੂ ਹੋ ਗਈ ਭੀੜ। ਤੇ ਜਦੋਂ ਪਤਾ ਕੀਤਾ ਬਈ ਕੀ ਹੋਇਆ, ਕਹਿੰਦੇ ਪਤਾ ਨਹੀਂ, ਮਾਤਾ ਜੀ ਨੂੰ ਪਤਾ ਹੋਵੇਗਾ। ਤੇ ਉਹਨਾਂ ਅੱਗੇ ਜਾ ਕੇ ਮਾਤਾ ਜੀ ਨੂੰ ਪੁੱਛਿਆ ਵੀ ਮਾਤਾ ਜੀ ਕੀ ਹੋਇਆ, ਕੀ ਵਜ੍ਹਾ ਹੈ ਕਿ ਸਾਰੇ ਰੋ ਰਹੇ ਨੇ। ਮਾਤਾ ਕਹਿੰਦੀ ਵੀ ਮੈਨੂੰ ਨਹੀਂ ਪਤਾ, ਚਿੱਠੀ ਆਈ ਹੈ, ਇਹ ਤੇ ਕਾਕੇ ਨੂੰ ਪਤਾ ਹੋਵੇਗਾ। ਇਹਨੇ ਚਿੱਠੀ ਫੜੀ ਹੈ ਤੇ ਇਸੇ ਨੇ ਪੜ੍ਹੀ ਹੈ ਤੇ ਉਦੋਂ ਦਾ ਰੋਈ ਜਾਂਦਾ। ਫਿਰ ਉਹਨਾਂ ਜਾ ਕੇ ਕਾਕੇ ਨੂੰ ਪੁੱਛਿਆ ਭਾਈ ਤੂੰ ਕਿਉਂ ਰੋਈ ਜਾਂਦਾ? ਕਹਿੰਦਾ ਮੈਂ ਤਾਂ ਆਪਣੇ ਕਰਮਾਂ ਨੂੰ ਰੋਣਾ ਵੀ ਜੇ ਅੱਜ ਪੜ੍ਹਿਆ ਲਿਖਿਆ ਹੁੰਦਾ ਤਾਂ ਮਾਂ ਦੀ ਚਿੱਠੀ ਤਾਂ ਪੜ੍ਹ ਕੇ ਸੁਣਾ ਦਿੰਦਾ। ਇੱਕ ਸਮਾਂ ਆਉਣਾ ਅਸੀਂ ਵੀ ਆਪਣੇ ਕਰਮਾਂ ਨੂੰ ਰੋਣਾ। ਜੇ ਉਦੋਂ ਮੈਂ ਸਕੂਲ ਚਲਿਆ ਜਾਂਦਾ, ਜੇ ਉਦੋਂ ਮੈਂ ਪੜ੍ਹਾਈ ਕਰ ਲੈਂਦਾ, ਜੇ ਉਦੋਂ ਮਨ ਲਾ ਕੇ ਪੜ੍ਹ ਲੈਂਦਾ। ਜੇ ਵਪਾਰ ਤੇ ਦੁਨੀਆ ਦੀ ਜਾਂ ਸਮਾਜ ਦੀ ਗੱਲ ਕਰੀਏ ਤਾਂ ਫਿਰ ਕਰਮਾਂ ਨੂੰ ਇਹ ਕਹਿ ਕੇ ਰੋਵਾਂਗੇ ਵੀ ਜੇ ਮੈਂ ਉਦੋਂ ਚੰਗੀ ਜਗ੍ਹਾ ਅਸੀਂ ਰਿਸ਼ਤਾ ਕਰ ਲੈਂਦੇ, ਜਾਂ ਉਦੋਂ ਅਸੀਂ ਆ ਫਲਾਣੀ ਪ੍ਰਾਪਰਟੀ ਖਰੀਦ ਲੈਂਦੇ। ਨਹੀਂ, ਉਦੋਂ ਇਹ ਮੇਰੇ ਕਰਮਾਂ ਵਿੱਚ ਨਹੀਂ ਸੀ। ਹਰ ਗੱਲ ਦੇ ਉੱਪਰ ਧਰਮ ਦੀ ਦੁਨੀਆ ਦੇ ਵਿੱਚ ਇੱਕ ਸ਼ਬਦ ਬੋਲਿਆ ਜਾਂਦਾ ਹੈ, ਉਹ ਹੈ ਕਰਮ। ਤੇ ਅੱਜ ਦੀ ਕਥਾ ਦਾ ਤਾਤਪਰ ਇਹ ਹੈ, ਮੈਸੇਜ ਇਹ ਹੈ ਵੀ ਬੰਦਿਆ ਜੇ ਪੁਰਾਣੇ ਕਰਮਾਂ ਦੀ ਗੱਲ ਨਹੀਂ ਸਮਝ ਆਈ ਤੇ ਬੰਦਿਆ ਅੱਜ ਦੇ ਕਰਮਾਂ ਤੋਂ ਹੀ ਸੁਚੇਤ ਹੋ ਜਾ। ਠੀਕ ਹੈ, ਤੇਰੇ ਪੁਰਾਣੇ ਕਰਮ ਚੰਗੇ ਨਹੀਂ ਸਨ, ਕੁਝ ਭੁੱਲਾਂ ਚੁੱਕਾਂ ਗੁਨਾਹ ਹੋਈਆਂ ਹੋਣਗੀਆਂ, ਹਰੇਕ ਤੋਂ ਹੋ ਜਾਂਦੇ ਨੇ। ਕੁਝ ਜਾਣੇ ਵਿੱਚ ਹੋ ਜਾਂਦੇ ਨੇ, ਕੁਝ ਅਣਜਾਣੇ 'ਚ ਹੋ ਜਾਂਦੇ ਨੇ। ਪਰ ਹੁਣ ਤੈਨੂੰ ਸਮਝ ਆਉਂਦੀ ਹੈ, ਅੱਗੇ ਤੋਂ ਯਤਨ ਕਰ, ਮੈਂ ਚੰਗੇ ਕਰਮ ਕਰਨੇ ਨੇ। ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ, ਸਭ ਸ਼ਰਮਿੰਦਾ ਥੀਵਈ ਸਾਈਂ ਦੇ ਦਰਬਾਰ। ਹੁਣ ਤੂੰ ਇੱਥੇ ਭਲੇ ਕਰਮ ਕਰੇਗਾ, ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਹ ਲੁੜਾਈਐ। ਅੱਜ ਤੋਂ ਸੈਂਕੜੇ ਸਾਲ ਪਹਿਲਾਂ
ਆ ਜੋ ਕੁਝ ਅਸੀਂ ਟੀਵੀ ਤੇ ਵੇਖਦੇ ਆ ਬਈ ਇੱਕ ਖਿਡਾਰੀ ਜਿੱਤ ਗਿਆ, ਫਿਰ ਜਿੱਤਣ ਤੋਂ ਬਾਅਦ ਆਡੀਅנס ਨੂੰ ਬਾਹਾਂ ਉਲਾਰ ਕੇ, ਬਾਹਾਂ ਖੜੀਆਂ ਕਰਕੇ, ਹਿਲਾ ਹਿਲਾ ਕੇ ਉਹ ਦੱਸਦਾ ਹੈ ਆਪਣੀ ਜਿੱਤ ਦਾ, ਆਪਣੀ ਫਤਿਹ ਦਾ, ਆਪਣੀ ਪ੍ਰਾਪਤੀ ਦਾ। ਉਹ ਬਾਂਹ ਦੇ ਨਾਲ ਝੰਡਾ ਚਲਾਉਂਦਾ, ਉਹ ਆਪਣੀ ਬਾਂਹ ਨੂੰ ਇਸ ਤਰ੍ਹਾਂ ਹਿਲਾਉਂਦਾ ਜਿਵੇਂ ਝੰਡਾ ਝੂਲਦਾ ਹੋਵੇ। ਸਤਿਗੁਰ ਕਹਿੰਦੇ ਨੇ ਇਸ ਦੁਨੀਆ 'ਚ ਰਹਿੰਦਿਆਂ ਤੂੰ ਸੇਵਾ ਕਰੇਗਾ ਤਾਂ ਕੇਵਲ ਰੱਬ ਦੇ ਘਰ ਵਿੱਚ, ਰੱਬ ਦੀ ਦਰਗਾਹ ਦੇ ਵਿੱਚ ਤੈਨੂੰ ਥਾਂ ਹੀ ਨਹੀਂ ਮਿਲੇਗੀ, ਬਲਕਿ ਉੱਥੇ ਜਾ ਕੇ ਤੂੰ ਆਪਣੀ ਬਾਂਹ ਦਾ ਝੰਡਾ ਵੀ ਚਲਾਏਗਾ। ਵਿੱਚ ਦੁਨੀਆ ਸੇਵ ਕਰਾਈਐ ਤਾਂ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਹਾਂ ਲੁਡਾਈਐ। ਸਤਿਗੁਰ ਕਹਿੰਦੇ ਨੇ ਵੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਜੇ ਤੂੰ ਰੱਬ ਤੋਂ ਬੇਮੁਖ ਹੋ ਗਿਆ, ਪਰਮੇਸ਼ਵਰ ਭੁੱਲ ਗਿਆ, ਰੋਗ ਆਉਣਗੇ। ਜੇ ਬਿਲਕੁਲ ਹੀ ਬੇਮੁਖ ਹੋ ਗਿਆ, ਦੇਖੋ ਭੁੱਲਣਾ ਹੋਰ ਚੀਜ਼ ਹੈ ਤੇ ਭੁੱਲਣ ਤੋਂ ਅਗਲੀ ਸਟੇਜ ਕੀ ਹੈ, ਬੇਮੁਖ ਹੋ ਜਾਣਾ। ਜਦੋਂ ਬੇਮੁਖ ਹੋਵਾਂਗੇ ਤੇ ਫਿਰ ਜਨਮਾਂ ਦੇ ਵਿਛੋੜੇ ਪੈਣਗੇ। ਆ ਜਿਹੜੇ 84 ਲੱਖ ਜੂਨਾਂ ਦੇ ਵਿਛੋੜੇ ਨੇ, ਇਹ ਨਾ ਕੇਵਲ ਭੁੱਲਣ ਦੇ ਨਾਲ ਨਹੀਂ ਪੈਂਦੇ, ਇਹ ਉਦੋਂ ਪੈਂਦੇ ਆ ਜਦੋਂ ਅਗਲੀ ਸਟੇਜ ਤੇ ਗੱਲ ਚਲੀ ਜਾਵੇ, ਜਦੋਂ ਗੁਰੂ ਤੋਂ ਬੇਮੁਖ ਹੋ ਜਾਈਏ। ਜਦੋਂ ਕੋਈ ਕਹਿੰਦਾ ਨਾ ਕਿ ਮੈਂ ਨਹੀਂ ਗੁਰਦੁਆਰੇ ਜਾਣਾ, ਮੈਂ ਪਾਠ ਨਹੀਂ ਕਰਨਾ, ਮੈਂ ਕੇਸ ਨਹੀਂ ਰੱਖਣੇ, ਮੈਂ ਰੱਬ ਨੂੰ ਮੰਨਦਾ ਹੀ ਨਹੀਂ, ਉਦੋਂ ਫਿਰ ਇਹਦੀ ਵਾਟ ਲੰਬੀ ਹੋ ਜਾਂਦੀ ਹੈ। ਤੇ ਮੰਨ ਲਵੋ ਬਈ ਠੀਕ ਹੈ, ਮੇਰੇ ਤੋਂ ਗਲਤੀ ਹੋ ਗਈ ਤੇ ਬਖਸ਼ਿਆ ਜਾ ਸਕਦਾ ਹੈ। ਇਸ ਘਰ ਦੇ ਵਿੱਚ ਇੱਕ ਇਹ ਵੀ ਪ੍ਰੋਵੀਜ਼ਨ ਹੈਗਾ, ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਜੇ ਤੂੰ ਆਪਣੇ ਗੁਰੂ ਨੂੰ ਸਿਮਰੇਗਾ, ਉਹ ਬਖਸ਼ਣ ਆ ਰਿਹਾ ਹੈ। ਸਤਿਗੁਰ ਆਖਦੇ ਨੇ ਖਿਣਮੇ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਇੱਕ ਛਿਣ ਮਾਤਰ ਦਾ ਸਮਾਂ ਲੱਗਾ, ਇੱਕ ਚੰਗੇ ਪਦਾਰਥ ਭੋਗਣ ਵਾਲੇ ਇੱਕਦਮ ਕੌੜੇ ਹੋ ਗਏ, ਬਿਮਾਰੀ ਲੱਗ ਗਈ। ਜਿੱਦਣ ਪਹਿਲੇ ਦਿਨ ਡਾਕਟਰ ਕਹਿੰਦਾ ਕਿ ਭਾਈ ਤੈਨੂੰ ਸ਼ੂਗਰ ਹੈ, ਉਦਣ ਲੱਗਦਾ ਵੀ ਜਿਹੜੀ ਫ੍ਰਿਜ ਭਰੀ ਪਈ ਹੈ ਉਹ ਤੇ ਮੇਰੇ ਕਿਸੇ ਕੰਮ ਦੀ ਨਹੀਂ, ਉਹ ਤੇ ਜ਼ਹਿਰ ਆ। ਪਰ ਜਿੰਨੇ ਦਿਨ ਡਾਕਟਰ ਇਹ ਗੱਲ ਦਾ ਜ਼ਿਕਰ ਨਹੀਂ ਕਰਦਾ, ਡਾਕਟਰ ਤੋਂ ਜਾ ਕੇ ਪੁੱਛ ਪੜਤਾਲ ਨਹੀਂ ਕਰਦੇ, ਜਿੰਨੇ ਦਿਨ ਸ਼ੂਗਰ ਦਾ ਪਤਾ ਨਹੀਂ ਲੱਗਦਾ, ਉਹਨੇ ਦਿਨ ਫ੍ਰਿਜ ਬੰਦਾ ਆਪ ਭਰਦਾ ਰਹਿੰਦਾ। ਬੰਦਾ ਕਹਿੰਦਾ ਵੀ ਰੂਹ ਅਫਜਾ ਵੀ ਹੈ ਨਹੀਂਗਾ ਜੀ, ਇਹਦੇ ਚ ਠੰਡਾਈ ਨਹੀਂ ਹੈਗੀ ਜੀ, ਫਲਾਣਾ ਕੋਲਡ ਡਰਿੰਕ ਨਹੀਂ ਹੈਗਾ ਜੀ, ਇਹਦੇ ਚ ਮਠਿਆਈ ਨਹੀਂ ਜੀ, ਇਹਦੇ ਚ ਮੁਰੱਬਾ ਕੋਈ ਨਹੀਂ ਜੀ। ਇਸ ਤਰੀਕੇ ਨਾਲ ਇਹ ਦੌੜ ਭੱਜ ਉਹਨੇ ਦਿਨ ਤੱਕ ਜਿਹੜੀ ਲੱਗੀ ਰਹਿੰਦੀ ਹੈ, ਫ੍ਰਿਜ ਨੂੰ ਭਰਨ ਦੇ ਬਾਰੇ ਲੱਗੀ ਰਹਿੰਦੀ ਹੈ। ਤੇ ਜਿੱਦਣ ਸ਼ੂਗਰ ਹੋ ਗਈ, ਫਿਰ ਦਿਲ ਕੀਤਾ ਵੀ ਆਪ ਬੰਦਾ ਬਾਹਰ ਜਾ ਕੇ ਸਮਾਨ ਸੁੱਟ ਦੇ, ਕਿਉਂਕਿ ਉਹਨੂੰ ਲੱਗਦਾ ਕਿ ਮੇਰੇ ਤੇ ਕਿਸੇ ਕੰਮ ਦਾ ਨਹੀਂ। ਤੇ ਜਦੋਂ ਬਾਕੀ ਸੱਜਣ ਘਰ ਦੇ ਜੀ ਪੁਰਸ਼ ਉਹਦੇ ਸਾਹਮਣੇ ਖਾਣਗੇ ਤੇ ਉਹਦੀ ਜਿਹੜੀ ਮਾਨਸਿਕ ਦਸ਼ਾ ਪੜ੍ਹੀ ਜਾ ਸਕਦੀ ਹੈ। ਇੱਕ ਛਿਣ ਮਾਤਰ ਦਾ ਸਮਾਂ ਲੱਗਿਆ, ਜੇ ਪਰਮਾਤਮਾ ਵੱਲ ਹੈ, ਜੇ ਵਾਹਿਗੁਰੂ ਵੱਲ ਹੈ, ਜੇ ਵਾਹਿਗੁਰੂ ਦੀ ਨਜ਼ਰ ਸਵੱਲੀ ਹੈ, ਤਾਂ ਸਤਿਗੁਰ ਕਹਿੰਦੇ ਨੇ ਕਿ ਕੋਈ ਪਦਾਰਥ, ਕੋਈ ਭੋਗ, ਕੋਈ ਭੋਜਨ ਕੌੜਾ ਨਹੀਂ। ਇਹ ਕੌੜੇ ਉਦੋਂ ਹੀ ਹੋਏ ਨੇ ਜਦੋਂ ਪ੍ਰਮਾਤਮਾ ਭੁੱਲ ਗਿਆ, ਫਿਰ ਰੋਗ ਵਿਆਪੇ ਨੇ। ਸਤਿਗੁਰੂ ਆਖਦੇ ਨੇ ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੇ ਰੋਜ਼। ਜਦੋਂ ਇਦਾਂ ਦੀ ਸਟੇਜ ਆਵੇਗੀ, ਪੋਜੀਸ਼ਨ ਬਣੇਗੀ, ਇਦਾਂ ਦਾ ਵਾਤਾਵਰਨ ਬਣੇਗਾ, ਕੌਣ ਤੇਰੀ ਮਦਦ ਕਰੇਗਾ? ਕੋਈ ਭੈਣ, ਕੋਈ ਭਰਾ, ਕੋਈ ਸਾਕ ਸੰਬੰਧੀ, ਕੋਈ ਮਿੱਤਰ ਨਹੀਂ, ਕੋਈ ਤੇਰਾ ਮਦਦਗਾਰ ਨਹੀਂ ਹੋ ਸਕਦਾ। ਸਤਿਗੁਰ ਫਰਮਾਉਂਦੇ ਨੇ, ਹੁਕਮ ਕਰਦੇ ਨੇ, ਕੀਤਾ ਕਿਛਨਾ ਹੋਵਈ ਲਿਖਿਆ ਧੁਰ ਸੰਜੋਗ। ਹੁਣ ਜੋ ਕੁਝ ਵੀ ਤੇਰੇ ਨਾਲ ਵਾਪਰ ਰਿਹਾ ਹੈ, ਜੋ ਕੁਝ ਵੀ ਤੇਰੇ ਨਾਲ ਘਟ ਰਿਹਾ ਹੈ, ਅਸਲ 'ਚ ਤੇਰੇ ਮੱਥੇ ਤੇ ਪਹਿਲਾਂ ਹੀ ਲਿਖਿਆ ਹੋਇਆ ਸੀ। ਇਹ ਤੇਰੇ ਪੂਰਬਲੇ ਕਰਮ ਸਨ, ਇਹ ਵੀ ਤੇਰੇ ਪੂਰਬਲੇ ਕਰਮਾਂ ਦਾ ਹੀ ਫਲ ਹੈ। ਸਤਿਗੁਰ ਅੱਗੇ ਫਰਮਾਉਂਦੇ ਨੇ, ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੈ ਸਭ ਵਿਯੋਗ। ਪਰ ਜੇ ਵੱਡੇ ਭਾਗ ਹੋਣ, ਗੁਰੂ ਮਿਲ ਜਾਵੇ, ਤਾਂ ਇਹ ਸਾਰੀਆਂ ਚੀਜ਼ਾਂ ਮਿਟ ਸਕਦੀਆਂ ਨੇ। ਕੀ ਆਪ ਜੀ ਮੰਨਦੇ ਹੋ? ਕੀ ਆਪ ਜੀ ਮੰਨਦੇ ਹੋ ਕਿ ਕੈਂਸਰ ਵੀ ਹਟ ਸਕਦੀ ਹੈ? ਗੁਰੂ ਦੀ ਨਿਗਾਹ ਸਵੱਲੀ ਹੋਵੇ ਤਾਂ ਕੀ ਆਪ ਜੀ ਮੰਨਦੇ ਹੋ ਕਿ ਪ੍ਰੋਸਟੇਟ ਘਟ ਸਕਦਾ ਹੈ? ਕੀ ਆਪ ਜੀ ਮੰਨਦੇ ਹੋ ਕਿ ਸ਼ੂਗਰ ਮੁੱਕ ਸਕਦੀ ਹੈ, ਕੋਲੇਸਟ੍ਰੋਲ ਖਤਮ ਹੋ ਸਕਦਾ ਹੈ? ਇਹ ਸਾਰਾ ਕੁਝ ਹੋ ਸਕਦਾ ਹੈ, ਇਹ ਸਾਰਾ ਕੁਝ ਪੋਸੀਬਲ ਹੈ, ਇਹ ਸਾਰਾ ਕੁਝ ਸੰਭਵ ਹੈ। ਸੈਂਕੜੇ ਅਜਿਹੇ ਲੋਕ ਨੇ ਜਿਹੜੇ ਸ਼ਰੇਆਮ ਕੈਮਰੇ ਤੇ ਆ ਕੇ ਦਾਅਵਾ ਕਰਦੇ ਨੇ ਕਿ ਗੁਰਬਾਣੀ ਦੇ ਨਾਲ ਉਹਨਾਂ ਦੀ ਫਲਾਣੀ ਬਿਮਾਰੀ ਹਟੀ, ਉਹਨਾਂ ਦਾ ਟਮਕਾਣਾ ਰੋਗ ਘਟਿਆ। ਸੈਂਕੜੇ ਲੋਕ ਨੇ, ਤੁਸੀਂ ਖੁਦ ਜਾ ਕੇ ਸਰਚ ਕਰਕੇ ਦੇਖ ਸਕਦੇ ਹੋ। ਇਹ ਪੋਸੀਬਲ ਹੈ, ਇਹ ਸਾਰਾ ਕੁਝ ਸੰਭਵ ਹੈ। ਪਰ ਸਵਾਲ ਇਹ ਹੈ ਵੀ ਬੰਦਾ ਤਾਂ ਅਜੇ ਰੱਬ ਵਾਲੇ ਪਾਸੇ ਨੂੰ ਮੂੰਹ ਕਰਨ ਲਈ ਤਿਆਰ ਹੀ ਨਹੀਂ। ਇਸ ਕਰਕੇ ਨਾਨਕ ਕੋ ਪ੍ਰਭ ਰਾਖ ਲਹੇ ਮੇਰੇ ਸਾਹਿਬ ਬੰਦੀ ਸੋਚ।
ਅਰਦਾਸ ਕਰੀਏ। ਹੇ ਵਾਹਿਗੁਰੂ ਮੇਰੇ ਮਾਲਕ, ਬੰਧਨਾਂ ਨੂੰ ਕੱਟਣ ਵਾਲਿਆ, ਮੇਰੀ ਬੇਨਤੀ ਸੁਣ ਲੈ, ਮੇਰੀ ਰੱਖਿਆ ਕਰ। ਹੇ ਸੱਚੇ ਪਿਤਾ ਵਾਹਿਗੁਰੂ, ਆਪਾਂ ਅੱਜ ਰਲ ਕੇ ਸਾਰੇ ਇਸ ਮਾਧਿਅਮ ਰਾਹੀਂ, ਚਾਹੇ ਕੋਈ YouTube ਚੈਨਲ ਤੇ ਸੁਣ ਰਿਹਾ ਹੈ, ਚਾਹੇ ਕੋਈ Facebook ਤੇ ਦੇਖ ਰਿਹਾ ਹੈ, ਆਪਾਂ ਪ੍ਰਣ ਕਰੀਏ ਕਿ ਵਾਹਿਗੁਰੂ ਦੇ ਲੜ ਲੱਗੀਏ। ਸੁਬਹ ਅੰਮ੍ਰਿਤ ਵੇਲਾ ਸਾਂਭਣਾ ਸਿੱਖੀਏ। ਪਰਮਾਤਮਾ ਅੱਗੇ ਸੁਬਹ ਉੱਠ ਕੇ ਇਸ਼ਨਾਨ ਕਰਕੇ ਆਪਾਂ ਪੰਜਾਂ ਬਾਣੀਆਂ ਦਾ ਪਾਠ ਕਰੀਏ। ਜੇ ਕਿਸੇ ਨੂੰ ਪੰਜਾਂ ਬਾਣੀਆਂ ਦਾ ਪਾਠ ਨਹੀਂ ਆਉਂਦਾ, ਘੱਟੋ ਘੱਟ ਜਪਜੀ ਸਾਹਿਬ ਤਾਂ ਉਹ ਰੋਜ਼ਾਨਾ ਸੁਣ ਕੇ ਕਰ ਹੀ ਸਕਦਾ ਹੈ। ਜਪਜੀ ਸਾਹਿਬ ਕਰਨ ਉਪਰੰਤ ਪਰਮਾਤਮਾ ਦੇ ਅੱਗੇ ਅਰਦਾਸ ਕਰੇ ਕਿ ਵਾਹਿਗੁਰੂ ਜੋ ਕੁਝ ਪਿੱਛੇ ਹੋ ਗਿਆ ਉਹਦੇ ਲਈ ਮੈਨੂੰ ਮਾਫੀ ਦੇ, ਅੱਗੇ ਤੋਂ ਮੈਨੂੰ ਤਗੜਾ ਕਰ, ਮੇਰੀ ਸਪਿਰਿਟ ਹਾਈ ਕਰ, ਪੋਜ਼ਿਟਿਵ ਰੱਖ ਮੇਰੀਆਂ ਵਾਈਬਸ, ਤਾਂ ਕਿ ਮੈਂ ਸਾਰਾ ਦਿਨ ਚੰਗਾ ਚੰਗਾ ਕਰਾਂ, ਕਿਸੇ ਦਾ ਕੁਝ ਮਾੜਾ ਕਰਮ ਨਾ ਕਰਾਂ, ਚੰਗੇ ਕਰਮ ਕਰਾਂ, ਤਾਂ ਕਿ ਜ਼ਿੰਦਗੀ ਮੇਰੀ ਸਫਲ ਹੋ ਸਕੇ। ਇੰਨੀਆਂ ਕੁ ਬੇਨਤੀਆਂ ਤੁਸੀਂ ਪ੍ਰਵਾਨ ਕਰਿਓ।